ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਵਾਸਤੇ ਇੱਕ ਗੱਲ ਇੱਕ ਵਿਚਾਰ ਇਹ ਕਰਨ ਨੂੰ ਜਾ ਰਿਹਾ ਹੈ ਕਿ ਕਿਰਨ ਬੇਦੀ IPS ਆਫਿਸਰ ਕਿਰਨ ਬੇਦੀ ਅੰਮ੍ਰਿਤਸਰ ਦੀ ਰਹਿਣ ਵਾਲੀ ਕਿਰਨ ਬੇਦੀ ਨੂੰ ਜੇ ਸਿੱਖ ਇਤਿਹਾਸ ਸਿੱਖ ਧਰਮ ਦਾ ਪੰਜਾਬੀਅਤ ਦਾ ਨਹੀਂ ਪਤਾ ਤਾਂ ਉਹ ਬੜਬੋਲੀਪੁਣਾ ਜਿਹੜਾ ਨਾ ਕਰਦੀ ਹੈ ਉਹ ਨਾ ਕਰੇ। ਤਾਂ ਮੇਰੀ ਉਹਨੂੰ ਇਹੀ ਬੇਨਤੀ ਹੈ ਵੀ ਭੈਣੇ ਚੀਜ਼ ਇਹ ਹੈ, ਇੱਕ ਗੱਲ ਕਹੀ ਜਾਂਦੀ ਹੈ, ਤੂੰ ਇਹ ਗੱਲ ਕਹੀ ਹੈ, ਇੱਕ ਫੋਕੀ ਵਾਵਾ ਖੱਟਣ ਲਈ ਚਾਰ ਟੁਕੜਿਆਂ ਦੀ ਖਾਤਰ ਕਿ ਤੇਰੀ ਵਾਵਾ ਹੋ ਜਾਵੇ ਵੀ ਸਿੱਖਾਂ ਦੇ 12 ਵੱਜ ਗਏ ਔਰ ਇਹੋ ਜਿਹੀਆਂ ਬੇਹੂਦੀਆਂ ਗੱਲਾਂ ਕੀਤੀਆਂ। ਤੈਨੂੰ ਇਹ ਨਹੀਂ ਸੀ ਪਤਾ ਕਿ IPS ਆਫਿਸਰ ਹੋਣ ਦੇ ਬਾਵਜੂਦ ਵੀ ਤੂੰ ਪੰਜਾਬੀਅਤ ਤੋਂ ਵੀ ਹੋਣੀ ਰਹੀ, ਤੂੰ ਔਰਤਪਨ ਤੋਂ ਵੀ ਸਖਣੀ ਰਹੀ, ਅਤੇ ਤੂੰ ਕਿਹੜੀਆਂ ਗੱਲਾਂ ਤੋਂ ਸਖਣੀ ਰਹੀ ਅਤੇ ਤਿਜੋਰੀਆਂ ਭਰਦੀ ਰਹੀ। ਕਦੀ ਕਿਸੇ ਪਾਰਟੀ 'ਚ ਛਾਲ ਮਾਰ ਕੇ, ਕਦੀ ਕਿਸੇ ਪਾਰਟੀ 'ਚ ਛਾਲ ਮਾਰ ਕੇ CM ਪਦ ਦੀ ਜਿਹੜੀ ਤੇਰੀ ਸੀਗੀ ਪੋਸਟ BJP ਨੇ ਡਿਕਲੇਅਰ ਕੀਤੀ ਸੀ ਜਦੋਂ ਕੇਜਰੀਵਾਲ ਬਣ ਗਿਆ। ਅਤੇ ਜਦੋਂ ਉਹ ਕੇਜਰੀਵਾਲ ਬਣ ਗਿਆ, ਮੁੱਖ ਮੰਤਰੀ ਜਿੱਤ ਗਿਆ ਅਤੇ BJP ਦੀਆਂ ਆਈਆਂ 3 ਸੀਟਾਂ ਅਤੇ ਤੈਨੂੰ ਲਾ ਦਿੱਤਾ ਗਿਆ ਲੈਫਟੀਨੈਂਟ ਗਵਰਨਰ। ਇਹ ਤੈਨੂੰ ਇੱਕ ਰਿਸ਼ਵਤ ਮਿਲੀ ਜਾਂ ਕੀ ਮਿਲੀ ਜਾਂ ਬਲੀ ਦਾ ਬੱਕਰਾ ਬਣੀ, ਤੂੰ ਕੀ ਕੀਤੀ। ਲੇਕਿਨ ਜਿਹੜਾ ਸਿੱਖ ਇਤਿਹਾਸ ਹੈ ਨਾ ਉਹ ਬਲੀ ਦਾ ਬੱਕਰਾ ਅਤੇ ਨਾ ਉਹ ਕਿਸੇ ਹੋਰ ਚੀਜ਼ ਦਾ। ਪਹਿਲੀ ਚੀਜ਼ ਤਾਂ ਮੈਂ ਤੈਨੂੰ ਭੈਣੇ ਇਹ ਕਹਾਂਗਾ ਕਿ ਤੂੰ ਔਰਤ ਸਰੂਪ ਨੂੰ ਜਿੰਨਾ ਵਿਗਾੜ ਕੇ ਰੱਖਿਆ, ਇਸ ਦਾ ਮਤਲਬ ਇਹ ਹੈ ਵੀ ਤੈਨੂੰ ਔਰਤ ਦਾ ਪਤਾ ਹੀ ਨਹੀਂ। ਜਿਹੜੀਆਂ ਔਰਤਾਂ ਧੀਆਂ ਭੈਣਾਂ ਸਾਡੀਆਂ ਹਿੰਦੁਸਤਾਨ ਦੀਆਂ ਸਨ, ਉਹਨਾਂ ਨੂੰ ਜਰਮਾਨੇ ਲੁੱਟ ਕੇ ਲੈ ਜਾਂਦੇ ਸੀ ਔਰ ਟਕੇ ਨੂੰ 2 ਟਕੇ ਨੂੰ ਉਹ ਕਾਬਲ ਅਤੇ ਕੰਧਾਰ ਦੇ ਬਾਜ਼ਾਰਾਂ ਵਿੱਚ ਵਿਕਦੀਆਂ ਸਨ ਅਤੇ ਸਿੱਖਾਂ ਦੇ 12 ਵਜਦੇ ਸੀ ਰਾਤੀ 12 ਵਜੇ। ਤੈਨੂੰ ਇਹ ਪਤਾ ਜਾਂ ਨਹੀਂ ਪਤਾ ਭੈਣੇ, ਇਸ ਗੱਲ ਨੂੰ ਸੋਚ ਲੈ। ਜੇ ਨਹੀਂ ਪਤਾ ਤਾਂ ਸਮਝ ਲੈ ਇਸ ਵੀਡੀਓ ਨੂੰ ਦੇਖ ਕੇ, ਜੇ ਪਤਾ ਤਾਂ ਫਿਰ ਤੂੰ ਮੇਰਾ ਖਿਆਲ ਹੈ ਕਿ UAPA ਦੀ ਦੋਵਾਂ ਹਾਲਾਤਾਂ ਦੇ ਵਿੱਚ ਭਾਗੀਦਾਰ ਹੈ ਔਰ ਤੇਰੇ ਉੱਤੇ BJP ਸਰਕਾਰ ਨੇ ਮੁਕੱਦਮਾ ਕਿਉਂ ਨਹੀਂ ਚਲਾਇਆ। ਇਹ ਤੈਨੂੰ ਕੰਸੈਸ਼ਨ ਦਿੱਤੀ ਗਈ ਹੈ ਜਾਂ ਕੀ ਕੀਤਾ ਗਿਆ। ਤੈਨੂੰ ਇੱਕ ਗੱਲ ਦੱਸਦੇ ਹਾਂ ਭੈਣੇ, ਇਹ ਗੱਲ ਕਿ ਰਾਤ ਨੂੰ ਮੁਗਲ ਫੌਜਾਂ ਨੇ ਜਿਹੜੀਆਂ ਹਿੰਦੂ ਧੀਆਂ ਭੈਣਾਂ ਜਿਹੜੀਆਂ ਆਪਣੇ ਖੇਮੇ ਵਿੱਚ ਰੱਖੀਆਂ ਹੁੰਦੀਆਂ ਸਨ, ਨਾਲ ਲੁੱਟ ਕੇ ਲਿਜਾ ਰਹੇ ਹੁੰਦੇ ਸਨ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ, ਉਹਨਾਂ ਦਾ ਇੱਕੋ ਹੀ ਵਿਚਾਰ ਹੁੰਦਾ ਸੀ ਕਿ ਰਸਤੇ ਵਿੱਚ ਇਹਨਾਂ ਨਾਲ ਅਯਾਸ਼ੀ ਕਰਾਂਗੇ ਅਤੇ ਕਾਬਲ ਅਤੇ ਕੰਧਾਰ ਅਤੇ ਬਾਜ਼ਾਰਾਂ ਵਿੱਚ ਜਾ ਕੇ ਇਹਨਾਂ ਨੂੰ ਵੇਚਾਂਗੇ। ਅਤੇ 2 ਟਕੇ ਨੂੰ ਵਿਕਦੀਆਂ ਸੀ। ਨਾਲੇ ਪੁੰਨ ਅਤੇ ਨਾਲੇ ਫਲੀਆਂ ਵਾਲਾ ਇਹ ਕੰਮ ਹੁੰਦਾ ਸੀ। ਅਤੇ ਤੈਨੂੰ ਇਹ ਵੀ ਨਹੀਂ ਪਤਾ, ਜੇ ਪਤਾ ਤਾਂ ਫਿਰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰਾਤ ਨੂੰ ਸਿੱਖਾਂ ਦੇ 12 ਕਿਉਂ ਵੱਜਦੇ ਸਨ। ਇਹੋ ਜਿਹੇ ਜੰਗਲ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ, ਕੋਈ ਟਾਵੀਂ ਕਾਰ ਜਾ ਰਹੀ ਹੈ, ਇਹੋ ਜਿਹੇ ਜੰਗਲਾਂ ਦੇ ਵਿੱਚ ਸਿੱਖ ਰਹਿੰਦੇ ਸਨ। ਅਤੇ ਨਿਕਲ ਕੇ ਜਦੋਂ ਇਹ ਜੰਗਲਾਂ ਦੇ ਵਿੱਚੋਂ ਜਾਂਦੇ ਸਨ, ਮੁਗਲ ਫੌਜਾਂ 'ਤੇ ਹਮਲਾ ਕਰਦੇ ਸਨ, ਧਾੜਵੀਆਂ ਦੀ ਫੌਜ 'ਤੇ ਹਮਲਾ ਕਰਦੇ ਸਨ, ਤਾਂ ਰਾਤ ਨੂੰ 12 ਵਜੇ ਹੁੰਦੇ ਸਨ। ਅਤੇ ਉਸ ਵੇਲੇ ਦੇ ਵਿੱਚ ਜਿਹੜਾ ਫੌਜਾਂ ਦਾ ਮਨੋਬਲ ਸੀ ਉਹ ਇੰਨਾ ਕੁ ਇਸ ਹਿਸਾਬ ਦਾ ਘਿਰਿਆ ਹੁੰਦਾ ਸੀ, ਜਾਂ ਤਾਂ ਉਹ ਆਰਾਮ ਕਰ ਰਹੇ ਹੁੰਦੇ ਸਨ ਅਤੇ ਜਾਂ ਉਹ ਕੀ ਕਰਦੇ ਸਨ, ਜਾਂ ਉਹ ਅਯਾਸ਼ੀ ਕਰ ਰਹੇ ਹੁੰਦੇ ਸਨ ਅਤੇ ਜਾਂ ਉਹ ਸੌਣ ਦੀ ਤਿਆਰੀ ਕਰ ਰਹੇ ਹੁੰਦੇ ਸਨ। ਜਦੋਂ ਸਿੱਖ ਫੌਜਾਂ ਜਿਹੜੀਆਂ ਸੀ, ਸਿੱਖ ਜਿਹੜੇ ਸੀ ਆਪਣੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ, ਆਬਰੂ ਨੂੰ ਬਚਾਉਂਦੇ ਹੋਏ ਜਾਨ ਦੀ ਬਾਜੀ ਲਾ ਕੇ ਰਾਤੀ 12 ਵਜੇ ਅਟੈਕ ਕਰਕੇ ਮੁਸਲਮਾਨੀ ਖੇਮਿਆਂ ਦੇ ਉੱਤੇ ਔਰ ਜਿਹੜੇ ਜਰਮਾਨੇ ਸੀ ਉਹਨਾਂ ਦੇ ਉੱਤੇ ਇਹ ਅਟੈਕ ਹੁੰਦੇ ਸਨ ਉਹਨਾਂ ਦੇ। ਅਤੇ ਇਹਨਾਂ ਅਟੈਕਾਂ ਦੇ ਵਿੱਚੋਂ ਉਹ ਕੀ ਕਰਦੇ ਸਨ, ਧੀਆਂ ਅਤੇ ਭੈਣਾਂ ਜਿਹੜੀਆਂ ਉਹਨਾਂ ਨੇ ਬੰਦੀ ਬਣਾਈਆਂ ਹੁੰਦੀਆਂ ਸਨ ਨਾਲ ਲਿਜਾਣ ਵਾਸਤੇ, ਉਹਨਾਂ ਨੂੰ ਲਿਆ ਕੇ ਉਹ ਸੁਰੱਖਿਅਤ ਉਹਨਾਂ ਦੇ ਘਰ-ਬਾਰ ਪੁੱਛ ਕੇ ਉੱਥੇ ਇੱਜ਼ਤ ਮਾਨ ਸਨਮਾਨ ਨਾਲ ਪਹੁੰਚਾਉਂਦੇ ਸਨ। ਅਤੇ ਭੈਣੇ ਜੇ ਤੂੰ ਆਪਣੇ ਕੇਸ ਕਤਲ ਕੀਤੇ ਹੋਏ ਨੇ ਅਤੇ ਤੂੰ ਔਰਤ ਦਾ ਸਰੂਪ ਕਿਹੜਾ ਤੇਰਾ ਔਰਤ ਦਾ ਸਰੂਪ ਹੈ, ਇਹ ਵੀ ਦੱਸ ਦੇ ਸਾਨੂੰ। ਇਹ ਜ਼ਰੂਰ ਦੱਸੀ। ਤੂੰ 12 ਵਜੇ ਦੀ ਤਾਂ ਗੱਲ ਦੀ ਅਤੇ ਤੂੰ ਬਾਤ ਪਾ ਦਿੱਤੀ, ਲੇਕਿਨ ਇਹ ਬਾਤ ਨਹੀਂ ਪਾਈ। ਤੈਨੂੰ ਇੱਕ ਗੱਲ ਮੈਂ ਹੋਰ ਦੱਸਾਂ ਭੈਣੇ, ਉਹ ਇਹ ਹੈ ਕਿ ਜਦੋਂ ਕਿਸੇ ਔਰਤ ਦੇ ਵਾਲ ਕੱਟੇ ਜਾਂਦੇ ਸਨ, ਵਾਲ ਕਤਲ ਕੀਤੇ ਜਾਂਦੇ ਸਨ, ਤਾਂ ਉਹ ਇਸ ਦਾ ਮਤਲਬ ਇਹ ਮੰਨਿਆ ਜਾਂਦਾ ਸੀ ਸਮਾਜ ਦੇ ਵਿੱਚ ਕਿ ਉਹਦੇ ਸਿਰ ਦਾ ਸਾਈਂ ਨਹੀਂ ਹੈ।
ਇਹ ਸਿਰ ਦਾ ਸਾਈਂ ਨਹੀਂ ਦਾ ਪ੍ਰਤੀਕ ਕਿੱਥੋਂ ਤੱਕ ਪ੍ਰਮਾਣਿਕ ਹੈ ਜਾਂ ਨਹੀਂ ਹੈ, ਇਹ ਇਤਿਹਾਸਕਾਰਾਂ ਲਈ ਇੱਕ ਵਿਸ਼ਾ ਹੋਏਗਾ। ਇਸ ਗੱਲ ਨੂੰ ਸਮਝਣ ਤੇ ਸੋਚਣ ਦੀ ਵਿਚਾਰ ਹੋਣੀ ਚਾਹੀਦੀ ਹੈ, ਦਮ ਹੋਣਾ ਚਾਹੀਦਾ। ਤੇ ਭੈਣੇ, ਤੇਰੇ ਸਿਰ ਦੇ ਜਿਹੜੇ ਵਾਲ ਨੇ ਉਹ ਕਿਹੋ ਜਿਹੇ ਨੇ, ਕਿਹੋ ਜਿਹੇ ਸਰੂਪ ਵਿੱਚ ਨੇ, ਤੂੰ ਦੇਖ ਲੈ। ਅੰਮ੍ਰਿਤਾ ਪ੍ਰੀਤਮ ਦੀ ਉਨੀ ਦੇਰ ਤੱਕ ਚੜ੍ਹਤ ਰਹੀ ਜਦੋਂ ਤੱਕ ਉਹਨੇ ਕੇਸ ਕਤਲ ਨਹੀਂ ਕਰਵਾਏ। ਜਦੋਂ ਉਹਨੇ ਕੇਸ ਕਤਲ ਕਰਵਾਏ ਤਾਂ ਉਹ ਗੁਮਨਾਮ ਜ਼ਿੰਦਗੀ ਹੋ ਕੇ ਰਹਿ ਗਈ। ਤੇ ਤੇਰੀ ਜਿਹੜੀ ਹੈ ਗੁਮਨਾਮ ਜ਼ਿੰਦਗੀ ਉਹ ਪੋਲੀਟੀਕਲ ਗਲੂਕੋਜ਼ ਦੇ ਉੱਤੇ ਲੱਗੀ ਹੋਈ ਆ। ਔਰ ਇਹਦੇ ਵਿੱਚ ਜੇ ਤੂੰ ਇਹ ਬਿਆਨ ਦਿੱਤਾ ਹੈ ਜਾਂ ਮਾਫੀ ਮੰਗੀ ਵੀ ਹੈ ਤੇ ਤੈਨੂੰ ਇਹ ਗੱਲ ਯਾਦ ਹੋਣੀ ਚਾਹੀਦੀ ਸੀ, ਭਾਰਤੀ ਸਿੰਘ ਜਿਹੜੀ ਹੈ ਹਾਸੇ ਖਲੇਰਦੀ ਹੈ, ਬਿਖੇਰਦੀ ਹੈ, ਉਹ ਵੀ ਅੰਮ੍ਰਿਤਸਰ ਦੀ ਹੈ। ਕਿ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਸਿੱਖਾਂ ਦੇ ਉੱਤੇ ਅਟੈਕ ਕਰਨ ਦਾ ਬੀੜਾ ਚੁੱਕ ਲਿਆ? ਜੇ ਇਹ ਚੁੱਕ ਲਿਆ ਤੇ ਫਿਰ ਮਾਫੀ ਵੀ ਮੰਗ ਲੈਂਦੀਆਂ। ਇਹਨਾਂ ਉੱਤੇ UAPA ਕਿਉਂ ਨਾ ਲਵਾਈ ਜਾਏ, ਕਿਉਂ ਨਾ ਲਾਈ ਜਾਏ? ਸਿੱਖਾਂ ਨੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਆਪਣੇ ਮੁਫਾਦਾਂ ਜਾਂ ਪਰਸਨਲ ਹਿੱਤਾਂ ਵਾਸਤੇ ਨਹੀਂ ਕੀਤੀਆਂ। ਉਹਨਾਂ ਨੇ ਇਹ ਕੁਰਬਾਨੀਆਂ ਦੇਸ਼ ਹਿੱਤ ਲਈ ਕੀਤੀਆਂ, ਦੇਸ਼ ਨੂੰ ਬਚਾਉਣ ਦੀ ਖਾਤਰ ਕੀਤੀਆਂ, ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੀਤੀਆਂ। ਇਸੇ ਕੁਰਬਾਨੀਆਂ ਦਾ ਸਿੱਟਾ ਸੀ ਕਿ ਜਿਹੜੇ ਸਾਡੇ ਵੱਡੇ ਵਡੇਰੇ ਹਿੰਦੂ ਮਾਂ-ਬਾਪ ਸਨ, ਉਹਨਾਂ ਨੇ ਆਪਣਾ ਪਹਿਲਾ ਪੁੱਤਰ ਜਿਹੜਾ ਉਹ ਸਿੱਖ ਬਣਾਉਣਾ ਸ਼ੁਰੂ ਕੀਤਾ ਸੀ। ਤੇ 9 ਮਾਸ ਦੇ ਰਿਸ਼ਤੇ ਦੀ ਜਿਹੜੀ ਰੀਤ ਹੈ ਪ੍ਰਚਲਿਤ ਹੋਈ ਸੀ। ਭੈਣੇ, ਇਹ ਤੂੰ IPS ਆਫੀਸਰ ਰਹੀ ਹੈ ਤੇ ਜੇ ਇਹਨਾਂ ਤੱਥਾਂ ਤੋਂ ਤੂੰ ਵਾਕਫ ਨਹੀਂ, ਜੇ ਤੂੰ ਅੰਮ੍ਰਿਤਸਰ ਦੀ ਹੈ, ਜੇ ਇਹ ਕਿਹਾ ਜਾਂਦਾ ਇਹ ਠੀਕ ਹੈ, ਤੇ ਤੂੰ ਪੰਜਾਬੀਅਤ ਤੋਂ ਵਾਕਫ ਨਹੀਂ, ਜੇ ਤੂੰ ਪੰਜਾਬੀ ਹੈ ਤੇ ਤੂੰ ਫਿਰ ਪੰਜਾਬ ਤੋਂ ਵੀ ਹੋਣੀ ਹੈ, ਤੇ ਤੂੰ ਕਿਹੋ ਜਿਹੀਆਂ ਗੱਲਾਂ ਕਿਹੜੇ ਗਲਿਆਰਿਆਂ ਵਿੱਚ ਖਲੋ ਕੇ ਕਰਦੀ ਪਈ ਹੈ? ਭੈਣੇ, ਇਹ ਇੱਕ ਸ਼ਰਮਨਾਕ ਘਟਨਾ ਘੱਟੋ ਘੱਟ ਤੇਰੇ ਤੋਂ ਜਿਹੜੀ ਹੈ ਇਹ ਨਹੀਂ ਪਹਿਚਾਨੀ ਜਾ ਸਕਦੀ ਸੀ। ਤੇਰੇ ਮੂੰਹੋਂ ਨਹੀਂ ਸੀ ਸਜਦੀ, ਤੇਰੇ ਮੂੰਹੋਂ ਨਹੀਂ ਸੀ ਫੁੱਲਦੀ। ਤੇ ਜੇ ਮੈਂ ਇੱਥੇ ਇੱਕ ਗੱਲ ਹੋਰ ਵੀ ਦੱਸ ਦਿਆਂ ਭੈਣੇ, ਘੱਟੋ ਘੱਟ ਤੂੰ ਕੰਮ ਕੀ ਕਰ ਰਹੀ ਹੈ? ਪੋਲੀਟਿਕਸ ਦਾ ਕੰਮ ਕਰ ਰਹੀ ਹੈ, ਦੇਸ਼ ਨੂੰ ਜੋੜਨ ਦਾ ਕੰਮ ਕਰ ਰਹੀ ਹੈ ਜਾਂ ਤੋੜਨ ਦਾ ਕੰਮ ਕਰ ਰਹੀ ਹੈ? ਇਹ ਤੇਰੇ ਲਈ ਇੱਕ ਬੜਾ ਵੱਡਾ ਸਵਾਲ ਹੈ। ਮੇਰਾ ਖਿਆਲ ਹੈ ਕਿ ਤੈਨੂੰ 12 ਵਜੇ ਦੀ ਅਹਿਮੀਅਤ ਪਤਾ ਲੱਗ ਗਈ ਹੋਏਗੀ। ਜੇ 12 ਵਜੇ ਦੀ ਅਹਿਮੀਅਤ ਤੈਨੂੰ ਅਜੇ ਵੀ ਪਤਾ ਨਹੀਂ ਲੱਗੀ ਤੇ ਫਿਰ ਤੁਸੀਂ ਲੋਕ ਆਪਣੀ ਕਮਜ਼ੋਰੀ, ਜਿਸ ਨੂੰ ਸਿੱਖ 12 ਵਜੇ ਤਾਕਤ ਬਣਾਉਂਦੇ ਸਨ, ਉਸ ਨੂੰ ਛੁਪਾਉਣ ਦੀ ਖਾਤਰ ਤੁਸੀਂ ਇਹ ਮਖੌਲ ਕਰ ਰਹੇ ਹੋ, ਰਚ ਰਹੇ ਹੋ, ਜਿਹੜੇ ਤੁਹਾਡੇ ਲਈ ਚੰਗੇ ਨਹੀਂ। ਇੱਕ ਸਿੱਖ ਹੋ ਕੇ ਗੁਰੂ ਦਾ ਇਸੇ ਤਰ੍ਹਾਂ ਤੁਹਾਡੇ ਨਾਲ ਵਿਚਰਦਾ ਜਿਸ ਤਰ੍ਹਾਂ ਮਾਨਵਤਾ। ਗੁਰੂ ਸਾਹਿਬ ਨੇ ਕਿਹਾ ਸੀ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ। ਭੈਣੇ, ਤੈਨੂੰ ਮੈਂ ਇੱਕ ਗੱਲ ਬਾਰ-ਬਾਰ ਇਸ ਲਈ ਭੈਣ ਨਾਲ ਸੰਬੋਧਨ ਕਰ ਰਿਹਾ ਕਿਉਂਕਿ ਮੈਂ ਵੀ ਇੱਕ ਸਿੱਖ ਵਕੀਲ ਹਾਂ ਤੇ ਤੈਨੂੰ ਇਹ ਵੀ ਗੱਲ ਦੱਸਦੇ ਹਾਂ ਕਿ ਇਹੋ ਜਿਹੀਆਂ ਗੱਲਾਂ ਤੇਰੇ ਮੂੰਹੋਂ ਨਹੀਂ ਸ਼ੋਭਦੀਆਂ। ਪਹਿਲੇ ਗੱਲ ਕਰ ਲਈ ਤੇ ਫਿਰ ਮਾਫੀ ਮੰਗ ਲਈ। ਤੇ ਜੇ ਤੂੰ ਇਹ ਮਾਫੀ ਮੰਗੀ ਕੀ ਹੈ? ਸਿਰਫ ਇਸੇ ਵਜ੍ਹਾ ਕਰਕੇ ਤਾਂ ਕਿ ਤੂੰ FIR ਤੋਂ ਬਚ ਸਕੇ, ਤਾਂ ਕਿ ਤੂੰ UAPA ਤੋਂ ਬਚ ਸਕੇ, ਤਾਂ ਕਿ ਤੂੰ ਹੇਟ ਸਪੀਚ ਦੇ ਦਾਇਰਿਆਂ ਤੋਂ ਬਚ ਸਕੇ। ਔਰ ਇਸ ਵਜ੍ਹਾ ਕਰਕੇ ਤੇਰੀ ਡਿਸਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਮੈਂ BJP ਦੀ ਹਾਈ ਕਮਾਂਡ ਨੂੰ ਇਹ ਬੇਨਤੀ ਕਰਾਂਗਾ ਕਿ ਇਸ ਨੂੰ ਤੁਸੀਂ ਰਾਜਨੀਤਿਕ ਮਫਾਦਾਂ ਲਈ ਨਾ ਵਰਤ ਕੇ ਇਸ ਨੂੰ ਮੱਖਣ ਵਿੱਚੋਂ ਵਾਲ ਵਾਂਗੂ ਬਾਹਰ ਕੱਢ ਦਿਓ ਤੇ ਇਸ ਨੂੰ ਰਸਤਾ ਦਿਖਾ ਦਿਓ। ਜਿੰਨੀ ਇਹਦੀ ਪੈਨਸ਼ਨ ਐਜ਼ ਏ IPS ਆਫੀਸਰ ਆ ਰਹੀ ਹੈ ਜਾਂ ਐਜ਼ ਏ ਪੋਲੀਟੀਕਲ ਕੈਰੀਅਰ ਇਹਨੇ ਪੈਸਾ ਇਕੱਠਾ ਕੀਤਾ, ਉਹ ਸਾਰਾ ਭਾਰਤ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋਵੇ। ਗੱਲਾਂ ਇੰਨੀਆਂ ਕੋਈ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਤੁਹਾਡੇ ਨਾਲ ਗੱਲ ਕਰ ਦਿੱਤੀ ਹੈ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦੇਣਾ। ਦੇਸ਼ ਹਿੱਤ ਵਿੱਚ ਇਹ ਵੀਡੀਓ ਪਾ ਦਿੱਤੀ ਗਈ ਹੈ ਤੇ ਭੈਣ ਨੂੰ ਇੱਕ ਰਾਹ ਦਿਖਾ ਦਿੱਤੀ ਗਈ ਹੈ ਕਿ ਕਿਰਨ ਬੇਦੀ ਭੈਣ, ਤੂੰ ਇੱਕ ਚੰਗਾ ਕੰਮ ਨਹੀਂ ਕੀਤਾ। ਘੱਟੋ ਘੱਟ ਔਰਤ ਦੀ ਮਾਨਸਿਕਤਾ ਜਿਹੜੀ ਸੀ ਤੂੰ ਉਸ ਨੂੰ ਸਮਝਦੀ, ਜਿਹੜੀਆਂ ਰਾਤ ਨੂੰ 12 ਵਜੇ ਸਿੱਖ ਛਡਾ ਕੇ ਉਹਨਾਂ ਦੇ ਘਰਾਂ ਵਿੱਚ ਵਾਪਸ ਪਹੁੰਚਾ ਦਿੰਦੇ ਸਨ ਤੇ ਉਹ ਟਗੇ ਨੂੰ ਕਾਬਲ ਤੇ ਕੰਧਾਰ ਦੇ ਬਾਜ਼ਾਰਾਂ ਵਿੱਚ ਵਿਕਣ ਤੋਂ ਬਚ ਗਈਆਂ। ਇਸ ਗੱਲ ਦੇ ਉੱਤੇ ਤੂੰ ਕੀ ਅੱਜ ਦਾ ਜਿਹੜਾ ਸਿੱਖ ਸਮਾਜ ਹੈ ਉਹ ਇਸ ਦੇ ਉੱਤੇ ਫਖਰ ਕਰਦਾ ਆਪਣੇ ਵੱਡੇ ਵਡੇਰਿਆਂ ਦੀ ਬਦੌਲਤ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ। ਇਹ ਦੇਸ਼ ਹਿੱਤ ਵਿੱਚ ਹੈ, ਕਿਸੇ ਨਾਲ ਕੋਈ ਜਾਤੀ ਰੰਜਿਸ਼ ਦੇ ਤੌਰ ਤੇ ਇਹ ਵੀਡੀਓ ਨਹੀਂ ਪਾਈ ਗਈ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਸਤਿ ਸ੍ਰੀ ਅਕਾਲ।